ਵੈਲਕਮ ਟੂ ਦਾ ਚੈਨਲ ਸਟੂਡੈਂਟਸ। ਸੋ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਐਕਸਾਈਜ਼ ਇੰਸਪੈਕਟਰ ਦੇ ਐਗਜ਼ਾਮ ਦੇ ਲਈ ਬਹੁਤ ਹੀ ਇੰਪੋਰਟੈਂਟ MCQs ਐਕਸਪਲੇਨ ਕਰਾਂਗੇ, ਜੋ ਕਿ ਨਿਊ ਸਿਲੇਬਸ ਜੋ ਤੁਹਾਡਾ ਉਹਦੇ ਵਿੱਚ ਐਡ ਕੀਤਾ ਗਿਆ ਹੈ। 20 ਮਾਰਕਸ ਦੇ ਦੋ ਸੈਕਸ਼ਨ ਹਨ ਅਲੱਗ, ਜਿਨ੍ਹਾਂ ਦੇ ਵਿੱਚ ਇਕਨੋਮੀ, GST ਐਂਡ ਜੋ ਵੀ ਐਕਸਾਈਜ਼ ਡਿਊਟੀਜ਼ ਵਗੈਰਾ ਹੁੰਦੀਆਂ ਉਹਨਾਂ ਦੇ ਨਾਲ ਰਿਲੇਟਡ ਤੁਹਾਨੂੰ MCQs ਪੁੱਛੇ ਜਾਣਗੇ। ਉਹਦੇ ਲਈ ਆਪਾਂ ਕੁਝ ਕੁ ਇੰਪੋਰਟੈਂਟ ਪ੍ਰੀਵੀਅਸ ਈਅਰ ਪੇਪਰਸ ਦੇ ਵਿੱਚੋਂ MCQs ਲਿੱਤੇ ਹਨ, ਉਹ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਐਕਸਪਲੇਨ ਕਰੂੰਗਾ। ਠੀਕ ਹੈ। ਸੋ ਆਪਣੀ ਸਭ ਤੋਂ ਪਹਿਲੀ ਪ੍ਰੋਬਲਮ ਆ ਕਿ ਇਨ ਇੰਡੀਆ ਵਿਚ ਆਫ ਦੀ ਫੋਲੋਇੰਗ ਟੈਕਸਿਸ ਇਜ਼ ਲੀਵਡ ਬਾਏ ਦਾ ਸਟੇਟ ਗੌਰਮੈਂਟਸ। ਠੀਕ ਹੈ, ਇਹਨਾਂ ਵਿੱਚੋਂ ਕਿਹੜਾ ਸਟੇਟ ਗੌਰਮੈਂਟ ਦੁਆਰਾ ਅਪਲਾਈ ਕੀਤਾ ਜਾਂਦਾ ਵਾ ਜਿਹੜਾ ਟੈਕਸ, ਉਹ ਹੈਗਾ ਵੀ ਤੁਹਾਡੇ ਕੋਲ ਆਪਸ਼ਨ ਨੰਬਰ A, ਦੈਟ ਇਜ਼ ਦੀ ਐਕਸਾਈਜ਼ ਡਿਊਟੀ ਔਨ ਦਾ ਲਿਕਿਓਰ। ਠੀਕ ਹੈ, ਜਿਹੜੀਆਂ ਅਲਕੋਹਲਸ ਵਗੈਰਾ ਹੁੰਦੀ ਆ ਉਹਦੇ ਉੱਪਰ ਜਿਹੜੀ ਐਕਸਾਈਜ਼ ਡਿਊਟੀ ਹੁੰਦੀ ਆ ਵੀ ਉਹ ਸਟੇਟ ਦੁਆਰਾ ਅਪਲਾਈ ਹੋਈ ਹੈ। ਠੀਕ ਹੈ, ਬਾਕੀ ਸਾਰੇ ਆ ਵੀ ਜਿਹੜੇ ਉਹ ਸੈਂਟਰ ਦੁਆਰਾ ਅਪਲਾਈ ਕੀਤੇ ਗਏ ਟੈਕਸ ਆ। ਅਗਲਾ ਦੇਖਦੇ ਹਾਂ ਵੀ ਸੈਕਿੰਡ, ਕਹਿੰਦਾ ਦਾ GST ਰੀਸੈਂਟਲੀ ਪਾਸਡ ਬਾਏ ਦਾ ਗੌਰਮੈਂਟ ਵਿਲ ਬੀ ਲੀਵਡ ਔਨ ਵਿਚ ਆਫ ਦਾ ਫੋਲੋਇੰਗ ਪ੍ਰੋਡਕਟ। ਠੀਕ ਹੈ, ਇਹਨਾਂ ਵਿੱਚੋਂ ਕਿਸ ਪ੍ਰੋਡਕਟ ਦੇ ਉੱਪਰ ਜਿਹੜਾ ਉਹ GST ਅਪਲਾਈ ਹੋਊਗਾ। ਠੀਕ ਹੈ, ਸੋ ਇਹਨਾਂ ਦੇ ਉੱਪਰੋਂ GST ਅਪਲਾਈ ਹੋਊਗਾ ਵੀ B ਆਪਸ਼ਨ ਦੇ ਉੱਪਰ, ਇਹ ਤੰਬਾਕੂ ਪ੍ਰੋਡਕਟਸ ਦੇ ਉੱਪਰ GST ਅਪਲਾਈ ਕੀਤਾ ਜਾਊਗਾ। ਬਾਕੀ ਸਾਰੀਆਂ GST ਤੋਂ ਬਾਹਰ ਆ ਵੀ। ਠੀਕ ਹੈ, ਜਿੱਦਾਂ ਆਪਣੇ ਆਇਲਸ ਵਗੈਰਾ ਹੋ ਗਏ, ਪੈਟਰੋਲੀਅਮ ਜਿੱਦਾਂ ਆਇਲ ਵਗੈਰਾ ਹੋ ਗਿਆ ਸਾਰਾ, ਅਤੇ ਜਿਹੜੇ ਫਿਊਲਸ ਵਗੈਰਾ ਹੋ ਗਏ ਉਹ ਸਾਰੇ GST ਤੋਂ ਹਲਦੀ ਘੜੀ ਬਾਹਰ ਆ। ਠੀਕ ਹੈ। ਥਰਡ ਹੈਗਾ ਵੀ ਟੈਕਸ ਔਨ ਦੀ ਇਨਹੈਰੀਟੈਂਸ ਇਜ਼ ਕਾਲਡ। ਇਨਹੈਰੀਟੈਂਸ ਮਤਲਬ ਵੀ ਜਿਹੜੀ ਆਪਣੇ ਕੋਲ ਜਨਮ ਤੋਂ ਹੀ ਆਪਣੇ ਕੋਲ ਕੋਈ ਮਤਲਬ ਸੰਪत्ति ਹੁੰਦੀ ਆ, ਉਹਦੇ ਉੱਪਰ ਜਿਹੜਾ ਅਪਲਾਈ ਕੀਤਾ ਜਾਂਦਾ ਵਾ ਟੈਕਸ, ਉਹਨੂੰ ਆਪਾਂ ਕੀ ਨਾਮ ਦਿੰਦੇ ਹਾਂ ਵੀ ਉਹਨੂੰ ਨਾਮ ਦਿੱਤਾ ਜਾਂਦਾ ਵੀ ਇਹਦੇ ਵਿੱਚ ਸਟੇਟ ਡਿਊਟੀ। ਠੀਕ ਆ, ਇਹ ਤੁਸੀਂ ਗੱਲ ਯਾਦ ਰੱਖਣੀ, ਸਟੇਟ ਡਿਊਟੀ। ਇਸ ਤੋਂ ਬਾਅਦ ਦੇ ਵਿੱਚ ਆ ਕਿ ਵਿਚ ਆਫ ਦੀ ਫੋਲੋਇੰਗ ਟੈਕਸ ਸਿਸਟਮ ਵਿਲ ਹੈਲਪ ਟੂ ਰਿਡਿਊਸ ਇਕਨੋਮਿਕ ਇਨਇਕੁਐਲਿਟੀ ਇਨ ਇੰਡੀਆ। ਇਕਨੋਮਿਕਲੀ ਜਿਹੜੀ ਇਨਇਕੁਐਲਿਟੀ ਆਪਣੇ ਇੰਡੀਆ ਦੇ ਵਿੱਚ ਆ ਵੀ ਬਹੁਤ ਜ਼ਿਆਦਾ, ਉਹਨੂੰ ਰਿਡਿਊਸ ਕਰਨ ਦੇ ਲਈ ਜਿਹੜੇ ਬਣਾਏ ਗਏ ਆ ਟੈਕਸ, ਉਹਨਾਂ ਨੂੰ ਕੀ ਨਾਮ ਦਿੰਦੇ ਆ ਵੀ ਪ੍ਰੋਗਰੈਸਿਵ ਟੈਕਸ। ਇਹਨਾਂ ਦਾ ਮਤਲਬ ਹੁੰਦਾ ਵੀ ਇਨਕਮ ਦੇ ਹਿਸਾਬ ਨਾਲ ਹਰ ਬੰਦੇ ਦੇ ਉੱਪਰ ਅਪਲਾਈ ਕੀਤਾ ਜਾਊਗਾ। ਜਿਹੜੀ ਲੋ ਇਨਕਮ ਆ ਉਹਦੇ ਲਈ ਲੋ ਟੈਕਸ ਹੋਊਗਾ, ਹਾਈ ਇਨਕਮ ਵਾਲੇ ਲਈ ਹਾਈ ਟੈਕਸ ਹੋਊਗਾ। ਉਹਨਾਂ ਨੂੰ ਆਪਾਂ ਕਹਿੰਦੇ ਆ ਪ੍ਰੋਗਰੈਸਿਵ ਟੈਕਸ। ਠੀਕ ਹੈ। ਇਸ ਤੋਂ ਬਾਅਦ 'ਚੋਂ ਆ ਵੀ ਫਿਫਥ, ਵਿਚ ਸਟੇਟ ਗੌਰਮੈਂਟ ਹੈਜ਼ ਰੀਸੈਂਟਲੀ ਅਬੋਲਿਸ਼ਡ ਐਗਰੀਕਲਚਰ ਇਨਕਮ ਟੈਕਸ। ਇਹਨਾਂ ਨੇ ਵੀ 2016-17 ਦੇ ਆਸ-ਪਾਸ ਕਿਹੜੀ ਇੱਕ ਸੀਗੀ ਸਟੇਟ ਗੌਰਮੈਂਟ ਜਿਨ੍ਹਾਂ ਨੇ ਐਗਰੀਕਲਚਰ ਇਨਕਮ ਟੈਕਸ ਨੂੰ ਬਿਲਕੁਲ ਹੀ ਕਹਿ ਲਓ ਵੀ ਅਬੋਲਿਸ਼ ਕਰਤਾ ਸੀਗਾ। ਉਹ ਸੀਗੀ ਵੀ ਆਪਣੇ ਕੋਲ A ਆਪਸ਼ਨ ਕਰਨਾਟਕਾ। ਠੀਕ ਹੈ। ਅੱਗੇ ਹੈਗਾ ਵੀ CEN ਵੈਟ ਇਜ਼ ਰਿਲੇਟਡ ਟੂ ਵਿਚ ਆਫ ਦਾ ਫੋਲੋਇੰਗ। CEN ਵੈਟ ਹੁੰਦਾ ਵੀ ਸੈਂਟਰਲ ਵੈਲਿਊ ਐਡਡ ਇਹ ਟੈਕਸ। ਠੀਕ ਆ, ਮਤਲਬ ਕਿ ਸੈਂਟਰ ਦਾ ਵੈਟ, ਇਹ ਵੀ ਰਿਲੇਟਡ ਹੁੰਦਾ ਵਿਦ ਦੀ ਇਹ ਐਕਸਾਈਜ਼ ਡਿਊਟੀ ਦੇ ਨਾਲ ਇਹ ਰਿਲੇਟ ਕਰਦਾ ਹੁੰਦਾ। ਠੀਕ ਹੈ, ਐਕਸਾਈਜ਼ ਡਿਊਟੀ ਨੂੰ ਇਹ ਵੀ ਨਾਮ ਦਿੱਤਾ ਜਾਂਦਾ ਵਾ CEN ਵੈਟ। ਠੀਕ ਹੈ। ਦ ਮੇਨ ਇਫੈਕਟ ਆਫ ਦੀ ਡਾਇਰੈਕਟ ਟੈਕਸਿਸ ਔਨ। ਤੁਸੀਂ ਇੱਕ ਗੱਲ ਯਾਦ ਰੱਖਣੀ ਵੀ ਇੰਟਰਨੈਟ 'ਤੇ ਕਿਤੇ ਵੀ ਮਾੜੀ ਜੀ ਇੱਕ ਵਾਰੀ ਸਰਚ ਕਰਕੇ ਦੇਖਿਓ, ਇੱਕ ਹੁੰਦੇ ਡਾਇਰੈਕਟ ਟੈਕਸ, ਇੱਕ ਹੁੰਦੇ ਇਨਡਾਇਰੈਕਟ ਟੈਕਸ। ਉਹਨਾਂ ਬਾਰੇ ਇੱਕ ਵਾਰੀ ਜ਼ਰੂਰ ਰੀਡ ਕਰ ਲਿਓ, ਉਹਨਾਂ ਦੀ ਐਗਜ਼ਾਮਪਲਸ ਇੱਕ ਵਾਰੀ ਜ਼ਰੂਰ ਯਾਦ ਕਰ ਲਿਓ। ਠੀਕ ਆ, ਅਤੇ ਮੇਨ ਇਫੈਕਟ ਇਹਦਾ ਵੀ ਕਿਸ ਚੀਜ਼ ਦੇ ਉੱਪਰ ਪੈਂਦਾ, ਇਹਦਾ ਮੇਨ ਇਫੈਕਟ ਵੀ ਇਨਕਮ ਦੇ ਉੱਪਰ ਪੈਂਦਾ। ਠੀਕ ਆ, ਇਹ ਮਤਲਬ ਸਿੱਧੇ ਤੁਹਾਡੀ ਇਨਕਮ 'ਤੇ ਅਪਲਾਈ ਹੋ ਜਾਂਦੇ ਹੁੰਦੇ ਆ। ਠੀਕ ਆ, ਇੱਦਾਂ ਦੇ ਹੁੰਦੇ ਸਾਰੇ ਡਾਇਰੈਕਟ ਟੈਕਸ। ਠੀਕ ਆ। 8ਵਾਂ ਹੈਗਾ ਵੀ ਦਾ ਟੈਕਸ ਲੀਵਡ ਔਨ ਗਰੋਸ ਸੇਲਸ ਰੈਵਨਿਊ ਫਰੋਮ ਬਿਜ਼ਨਸ ਟ੍ਰਾਂਜੈਕਸ਼ਨ ਇਜ਼ ਕਾਲਡ। ਬਿਜ਼ਨਸ ਟ੍ਰਾਂਜੈਕਸ਼ਨ ਦੀ ਗਰੋਸ ਸੇਲ ਦੀ ਰੈਵਨਿਊ 'ਤੇ ਜਿਹੜਾ ਅਪਲਾਈ ਕੀਤਾ ਜਾਂਦਾ ਵਾ ਟੈਕਸ, ਉਹਨੂੰ ਆਪਾਂ ਕੀ ਕਹਿੰਦੇ ਆ ਵੀ ਆਪਸ਼ਨ ਨੰਬਰ A ਦਾ ਰਾਈਟ ਹੋਊਗਾ, ਇਹ ਟਰਨ ਟੈਕਸ। ਠੀਕ ਹੈ। ਇਸ ਤੋਂ ਅਗਲਾ ਵਾ ਵੀ ਕਸਟਮ ਡਿਊਟੀ ਇਜ਼ ਐਨ ਇੰਸਟਰੂਮੈਂਟ ਆਫ। ਠੀਕ ਹੈ ਨਾ, ਕਸਟਮ ਡਿਊਟੀ ਇਹਨਾਂ ਦੇ ਵਿੱਚੋਂ ਕਿਸ ਚੀਜ਼ ਦਾ ਇੰਸਟਰੂਮੈਂਟ ਆ? ਇਟ ਇਜ਼ ਦਾ ਇੰਸਟਰੂਮੈਂਟ ਆਫ ਦੀ ਫੋਰਨ ਟਰੇਡ। ਜਿਹੜਾ ਤੁਸੀਂ ਬਾਹਰੋਂ ਕੋਈ ਵੀ ਆਪਾਂ ਸਮਾਨ ਮੰਗਵਾਉਂਦੇ ਉਹਦੇ ਉੱਪਰ ਜਿਹੜਾ ਅਪਲਾਈ ਕੀਤੀ ਜਾਂਦੀ ਹੁੰਦੀ ਹੈ ਕਸਟਮ ਡਿਊਟੀ। ਠੀਕ ਆ। ਇਸ ਤੋਂ ਅਗਲਾ ਵਾ ਕਿ ਵਿਚ ਆਫ ਦੀ ਫੋਲੋਇੰਗ ਇਜ਼ ਐਨ ਇਨਡਾਇਰੈਕਟ ਟੈਕਸ। ਇਹਨਾਂ ਦੇ ਵਿੱਚੋਂ ਕਿਹੜਾ ਵੀ ਇਨਡਾਇਰੈਕਟ ਵਾ ਟੈਕਸ, ਦੈਟ ਇਜ਼ ਐਕਸਾਈਜ਼ ਡਿਊਟੀ। ਐਕਸਾਈਜ਼ ਡਿਊਟੀ ਵੀ ਤੁਹਾਡੀ ਇਨਡਾਇਰੈਕਟ ਟੈਕਸ ਹੁੰਦੀ, ਬਾਕੀ ਸਾਰੇ ਡਾਇਰੈਕਟ ਟੈਕਸ ਆ। 11th ਆ ਗਿਆ ਵੀ ਟੈਕਸਿਸ ਔਨ ਦਾ ਪ੍ਰੋਫੈਸ਼ਨ ਕੈਨ ਬੀ ਲੀਵਡ ਬਾਈ। ਠੀਕ ਹੈ, ਤੁਹਾਡੇ ਪ੍ਰੋਫੈਸ਼ਨ ਦੇ ਉੱਪਰ ਜਿਹੜਾ ਅਪਲਾਈ ਕੀਤਾ ਜਾਊਗਾ ਟੈਕਸ, ਇਹ ਵੀ ਇੱਦਾਂ ਹੁੰਦਾ ਵੀ ਕਈ ਸਰਟਨ ਇੱਦਾਂ ਦੇ ਪ੍ਰੋਫੈਸ਼ਨ ਹੁੰਦੇ ਆ ਜਿਨ੍ਹਾਂ ਦੀ ਤੁਸੀਂ ਜੇ ਉਹਦੇ ਵਿੱਚ ਤੁਸੀਂ ਜੋਬ ਵਗੈਰਾ ਉਹਦੇ ਵਿੱਚ ਹੈਗੇ ਆ, ਅਤੇ ਉਹਦੇ ਉੱਪਰ ਇੱਕ ਤੁਹਾਡੇ ਲਈ ਅਲੱਗ ਅਪਲਾਈ ਕੀਤਾ ਜਾਂਦਾ ਹੁੰਦਾ ਟੈਕਸ, ਉਹਨੂੰ ਆਪਾਂ ਕਹਿ ਦਿੰਦੇ ਹੁੰਦੇ ਆ ਵੀ ਪ੍ਰੋਫੈਸ਼ਨ ਟੈਕਸ, ਜਿਹੜਾ ਕਿ ਸਟੇਟ ਗੌਰਮੈਂਟ ਦੁਆਰਾ ਅਪਲਾਈ ਕੀਤਾ ਜਾ ਸਕਦਾ ਵਾ। ਠੀਕ ਹੈ। ਅਗਲਾ ਹੈਗਾ ਵੀ ਟੈਕਸਿਸ ਆਰ ਐਜ਼ ਸਰਟਨ ਐਜ਼ ਡੈਥ। ਠੀਕ ਹੈ, ਕਹਿੰਦੇ ਕਿ ਜਿਹੜੇ ਜਿੱਦਾਂ ਆਪਾਂ ਮੌਤ ਨੂੰ ਨਹੀਂ ਝੁਠਲਾ ਸਕਦੇ, ਇੱਦਾਂ ਹੀ ਵੀ ਕੋਈ ਵੀ ਸਰਕਾਰ ਆ ਜਿਹੜੀ ਉਹ ਟੈਕਸਿਸ ਨੂੰ ਬਿਲਕੁਲ ਨਹੀਂ ਹਟਾ ਸਕਦੀ। ਠੀਕ ਹੈ, ਇਹ ਵੀ ਉਨੇ ਹੀ ਜ਼ਰੂਰੀ ਆ, ਮਤਲਬ ਉਨੇ ਹੀ ਜ਼ਿਆਦਾ ਇਹਨਾਂ ਦੀ ਵੀ ਮਤਲਬ ਸਰਟਨਟੀ ਆ।
ਕਹਿੰਦਾ ਬਿਕੋਜ਼ ਇਹਦਾ ਮੇਨ ਰੀਜ਼ਨ ਕੀ ਹੈ, ਇਹਦਾ ਮੇਨ ਰੀਜ਼ਨ ਆ ਕਿ ਜਿਹੜੀ ਗੌਰਮੈਂਟ ਹੁੰਦੀ ਆ ਵੀ ਉਹਦੀ ਮੇਜਰ ਸੋਰਸ ਆਫ ਰੈਵਨਿਊ ਇਹਨਾਂ ਤੋਂ ਹੀ ਹੁੰਦਾ, ਉਹਨਾਂ ਨੂੰ ਮੇਨ ਇਨਕਮ ਇਹਨਾਂ ਤੋਂ ਹੀ ਹੁੰਦੀ ਆ, ਮੇਨ ਉਹਨਾਂ ਨੂੰ ਪੈਸਾ ਇਹਨਾਂ ਤੋਂ ਇਕੱਠਾ ਹੁੰਦਾ, ਠੀਕ ਆ, ਉਹ ਇਹਦਾ ਮੇਨ ਆਨਸਰ ਹੋ ਜਾਣਾ। ਅਗਲਾ ਵੇਖਦੇ ਹਾਂ ਵੀ 13, ਕਹਿੰਦਾ ਕਿ ਐਡ ਵੈਲੋਰਮ ਟੈਕਸ ਇਜ਼ ਲੀਵਡ ਬਾਏ, ਠੀਕ ਆ, ਐਡ ਵੈਲੋਰਮ ਜਿਹੜਾ ਹੋਊਗਾ ਟੈਕਸ ਇਹ ਹੁੰਦਾ ਵੀ ਅਕੋਰਡਿੰਗ ਟੂ ਵੈਲਿਊ ਗਿਵਨ ਬਾਏ ਦਾ ਪ੍ਰੋਡਿਊਸਰ, ਪ੍ਰੋਡਿਊਸਰ ਜਿਹੜੀ ਵੈਲਿਊ ਦਿੰਦਾ ਉਹਦੇ ਹਿਸਾਬ ਨਾਲ ਅਪਲਾਈ ਕੀਤਾ ਜਾਂਦਾ ਇਹ, ਇਹਦਾ ਆਪਸ਼ਨ ਬਣ ਜੂਗਾ ਸੀ, ਠੀਕ ਹੈ। ਅਗਲਾ ਆ ਗਿਆ ਵੀ ਇਨ ਡਾਇਰੈਕਟ ਟੈਕਸ ਮੀਨਸ, ਜਿਹੜੇ ਇਨ ਡਾਇਰੈਕਟ ਹੁੰਦੇ ਆ ਟੈਕਸ ਉਹਨਾਂ ਦਾ ਕੀ ਮਤਲਬ ਹੁੰਦਾ, ਠੀਕ ਆ, ਵੀ ਉਹਨਾਂ ਦਾ ਮਤਲਬ ਹੁੰਦਾ ਵੀ ਦੇਅਰ ਇਜ਼ ਨੋ ਡਾਇਰੈਕਟ ਰਿਲੇਸ਼ਨਸ਼ਿਪ ਬਿਟਵੀਨ ਦੀ ਪੇਅਰ ਐਂਡ ਦੀ ਗੌਰਮੈਂਟ, ਠੀਕ ਆ, ਗੌਰਮੈਂਟ ਤੇ ਜਿਹੜੇ ਬੰਦੇ ਨੇ ਪੇ ਕਰਨਾ ਟੈਕਸ, ਮਤਲਬ ਆਪਣੇ ਵਰਗਿਆਂ ਨੇ ਜਿਨ੍ਹਾਂ ਨੇ ਕੋਈ ਚੀਜ਼ ਉਹਦੇ ਨਾਲ ਰਿਲੇਟਡ ਲੈਣੀ ਆ, ਉਹਨਾਂ ਵਿੱਚ ਕੋਈ ਸਿੱਧਾ ਨਹੀਂ ਸੰਬੰਧ ਹੋਊਗਾ, ਵਿਚਕਾਲੇ ਕੋਈ ਹੋਰ ਬੰਦਾ ਹੋਊਗਾ ਵਿੱਚ, ਠੀਕ ਆ। ਵਿਚ ਅਮੰਗ ਦਾ ਫੋਲੋਵਿੰਗ ਇਜ਼ ਡਾਇਰੈਕਟ ਟੈਕਸ, ਇਹਨਾਂ ਵਿੱਚੋਂ ਕਿਹੜਾ ਵੀ ਤੁਹਾਡੇ ਕੋਲ ਡਾਇਰੈਕਟ ਟੈਕਸ ਹੁੰਦਾ, ਠੀਕ ਆ, ਡਾਇਰੈਕਟ ਇਹਨਾਂ ਵਿੱਚੋਂ ਟੈਕਸ ਹੁੰਦਾ ਵੀ ਵੈਲਥ ਟੈਕਸ, ਠੀਕ ਆ, ਬਾਕੀ ਸਾਰੇ ਇਨ ਡਾਇਰੈਕਟ ਵਾ, ਵੈਲਥ ਟੈਕਸ ਜਿਹੜਾ ਹੁੰਦਾ ਉਹ ਡਾਇਰੈਕਟ ਟੈਕਸ ਹੁੰਦਾ। ਵਿਚ ਇਜ਼ ਨੋਟ ਥਰੂ ਫੋਰ ਦੀ ਐਕਸਾਈਜ਼ ਡਿਊਟੀ, ਐਕਸਾਈਜ਼ ਡਿਊਟੀ ਲਈ ਇਹਨਾਂ ਦੇ ਵਿੱਚੋਂ ਕਿਹੜੀ ਚੀਜ਼ ਰੋਂਗ ਆ ਉਹ ਆਪਾਂ ਦੇਖਣੀ ਆ। ਇਟ ਇਜ਼ ਏ ਟੈਕਸ ਚਾਰਜਡ ਔਨ ਦੀ ਗੁੱਡਸ ਪ੍ਰੋਡਿਊਸਡ ਵਿਦਿਨ ਦਾ ਕੰਟਰੀ, ਇਹ ਤਾਂ ਸਹੀ ਆ, ਦੇਸ਼ ਵਿੱਚ ਜਿਹੜੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਉਹਨਾਂ ਦੇ ਉੱਤੇ ਇਹਨੂੰ ਅਪਲਾਈ ਕੀਤਾ ਜਾਂਦਾ। ਇਟ ਇਜ਼ ਚਾਰਜਡ ਔਨ ਦੀ ਗੁੱਡਸ ਫਰੋਮ ਆਊਟਸਾਈਡ ਦੀ ਕੰਟਰੀ, ਸੋ ਇਹ ਆਪਣਾ ਆਪਸ਼ਨ ਬਣਨਾ ਕਿਉਂਕਿ ਇਹੀ ਰੋਂਗ ਸਟੇਟਮੈਂਟ ਆ, ਸੋ ਬੀ ਆਪਣਾ ਆਨਸਰ ਆ। ਬਾਕੀ ਤੁਸੀਂ ਰੀਡ ਕਰ ਲੈਣੇ ਵੀ ਇਹਨੂੰ ਹੀ CEN ਵੈਟ ਦਾ ਨਾਮ ਦਿੰਦੇ ਆ, ਇਹ ਪ੍ਰੋਡਕਸ਼ਨ ਔਰ ਸੇਲ ਆਫ ਗੁੱਡਸ 'ਤੇ ਅਪਲਾਈ ਕੀਤਾ ਜਾਂਦਾ ਵਾ, ਅਤੇ ਬੀ ਆਪਸ਼ਨ ਇਹਦਾ ਰੋਂਗ ਆ, ਮਤਲਬ ਆਪਣਾ ਆਪਸ਼ਨ ਬੀ ਹੋ ਗਿਆ, ਠੀਕ ਆ, ਇਹ ਤੁਸੀਂ ਗੱਲ ਯਾਦ ਰੱਖਣੀ। ਅੱਗੇ ਦੇਖਦੇ ਹਾਂ ਕਿ ਵਿਚ ਆਫ ਦਾ ਫੋਲੋਵਿੰਗ ਟੈਕਸ ਇਜ਼ ਇੰਪੋਜ਼ਡ ਬਾਈ ਸਟੇਟ ਗੌਰਮੈਂਟ, ਇਹਨਾਂ ਦੇ ਵਿੱਚੋਂ ਵੀ ਕਿਹੜਾ ਵਾ ਜਿਹੜਾ ਸਟੇਟ ਗੌਰਮੈਂਟ ਅਪਲਾਈ ਕਰਦੀ ਆ, ਉਹ ਹੈਗਾ ਵੀ ਇੰਟਰਟੇਨਮੈਂਟ ਟੈਕਸ, ਠੀਕ ਆ, ਇੰਟਰਟੇਨਮੈਂਟ ਵਾਲਾ ਜਿਹੜਾ ਹੁੰਦਾ ਵੀ ਟੈਕਸ, ਜਿੱਦਾਂ ਕਿ ਮੂਵੀਜ਼ ਵਗੈਰਾ ਵਗੈਰਾ 'ਤੇ ਹੋਊਗਾ, ਉਹ ਵੀ ਸਟੇਟ ਗੌਰਮੈਂਟ ਅਪਲਾਈ ਕਰਦੀ ਹੈ। ਟੈਕਸਿਸ ਆਰ ਕਾਲਡ ਰਿਗਰੈਸਿਵ, ਮੈਂ ਤੁਹਾਨੂੰ ਹੁਣੇ ਉੱਪਰ ਦੱਸਿਆ ਸੀਗਾ, ਇੱਕ ਹੁੰਦੇ ਵੀ ਪ੍ਰੋਗਰੈਸਿਵ, ਜਿਹੜੇ ਇਨਕਮ ਦੇ ਹਿਸਾਬ ਨਾਲ ਰੱਖੇ ਜਾਂਦੇ ਆ। ਰਿਗਰੈਸਿਵ ਹੋਊਗੇ ਉਹ ਜਿਨ੍ਹਾਂ ਦੇ ਵਿੱਚ ਪੂਅਰ ਦੇ ਉੱਪਰ ਜ਼ਿਆਦਾ ਭਾਰ ਹੋਊਗਾ ਐਜ਼ ਕੰਪੇਅਰ ਟੂ ਰਿਚ, ਮਤਲਬ ਸਾਰਿਆਂ ਲਈ ਸੇਮ ਰੱਖਤੇ, ਹੁਣ ਜਿਹੜਾ ਬੰਦਾ ਪੂਅਰ ਆ ਉਹਦੇ ਲਈ ਤਾਂ ਫਿਰ ਉਹ ਔਖਾ ਹੀ ਹੋ ਜਾਣਾ ਨਾ, ਠੀਕ ਆ, ਰਿਚ ਦੀ ਤਾਂ ਕੋਈ ਇੰਨੀ ਖਾਸ ਹੋਣੀ ਨਹੀਂ ਪਰੇਸ਼ਾਨੀ, ਸੋ ਮੋਰ ਬਰਡਨ ਔਨ ਦੀ ਪੂਅਰ ਐਜ਼ ਕੰਪੇਅਰ ਟੂ ਰਿਚ। ਅਗਲਾ ਦੇਖਦੇ ਹਾਂ ਵੀ 19ਵਾਂ, ਹੂ ਵਾਜ਼ ਦਾ ਚੇਅਰਮੈਨ ਆਫ ਦੀ 15th ਫਾਈਨੈਂਸ ਕਮਿਸ਼ਨ, ਠੀਕ ਆ, 15th ਫਾਈਨੈਂਸ ਕਮਿਸ਼ਨ ਦਾ ਚੇਅਰਮੈਨ ਕੌਣ ਆ ਵੀ ਨੰਦ ਕਿਸ਼ੋਰ ਸਿੰਘ, ਠੀਕ ਹੈ। ਤੁਸੀਂ ਵੀ 15th 14th 13th ਵਗੈਰਾ ਸਾਰੀਆਂ ਜਿਹੜੀਆਂ ਪਿਛਲੀਆਂ 6-7 ਹੋਈਆਂ ਫਾਈਨੈਂਸ ਕਮਿਸ਼ਨ, ਉਹਨਾਂ ਦੇ ਬਾਰੇ ਜ਼ਰੂਰ ਰੀਡ ਕਰ ਲਿਓ, ਕਿਸੇ ਦਾ ਵੀ ਤੁਹਾਨੂੰ ਪੁੱਛਿਆ ਜਾ ਸਕਦਾ, ਠੀਕ ਹੈ। ਵੈਟ ਵਾਜ਼ ਫਸਟ ਇੰਪਲੀਮੈਂਟਡ, ਠੀਕ ਆ, ਵੈਟ ਸਭ ਤੋਂ ਪਹਿਲਾਂ ਕਿਹੜੇ ਦੇਸ਼ ਵਿੱਚ ਅਪਲਾਈ ਹੋਇਆ ਸੀਗਾ ਵੀ ਵੈਟ ਸਭ ਤੋਂ ਪਹਿਲਾਂ ਫਰਾਂਸ ਦੇ ਵਿੱਚ ਅਪਲਾਈ ਹੋਇਆ ਸੀਗਾ, ਠੀਕ ਆ, ਫਰਾਂਸ ਦੇ ਵਿੱਚ। ਅਗਲਾ ਦੇਖਦੇ ਹਾਂ 21ਵਾਂ, ਇਨ ਸੈਂਟਰ ਸਟੇਟ ਫਾਈਨੈਂਸ਼ੀਅਲ ਰਿਲੇਸ਼ਨ ਇਨ ਇੰਡੀਆ ਗੈਡਗਿਲ ਫਾਰਮੂਲਾ, ਠੀਕ ਹੈ, ਇੱਕ ਬੰਦਾ ਸੀਗਾ ਵੀ ਉਹਨੇ ਆਪਣੇ ਨਾਮ ਦੇ ਨਾਲ ਇਹਨੂੰ ਬਣਾਇਆ ਸੀਗਾ, ਉਹਦੇ ਨਾਲ ਮਤਲਬ ਨਾਮ ਰੱਖਤਾ ਸੀਗਾ ਗੈਡਗਿਲ ਫਾਰਮੂਲਾ। ਇਹਨੂੰ ਕਿਸ ਚੀਜ਼ ਲਈ ਯੂਜ਼ ਕਰਦੇ ਆ, ਇਹਨੂੰ ਯੂਜ਼ ਕਰਦੇ ਆ ਵੀ ਡਿਵੀਜ਼ਨ ਆਫ ਦੀ ਟੈਕਸ ਰਿਵੈਨਿਊ, ਠੀਕ ਆ, ਵੀ ਜਿਹੜਾ ਇਹਨਾਂ ਤੋਂ ਰਿਵੈਨਿਊ ਹੋਇਆ ਉਹਨਾਂ ਦਾ ਤੁਸੀਂ ਮਤਲਬ ਉਹਨਾਂ ਦੇ ਤੁਸੀਂ ਪੈਸੇ ਦੇ ਵਿੱਚ ਹਿੱਸੇ ਕਿੱਦਾਂ ਕਰਨੇ ਉਹਦੇ ਉੱਪਰ ਇਹਨੂੰ ਅਪਲਾਈ ਕਰਦੇ ਆ। ਅਗਲਾ ਦੇਖਦੇ ਹਾਂ ਵੀ 22ਵਾਂ, ਕਹਿੰਦਾ ਕਿ ਇਨ ਡਾਇਰੈਕਟ ਟੈਕਸਿਸ ਬਾਏ ਨੇਚਰ ਆਰ, ਜਿਹੜੇ ਵੀ ਇਨ ਡਾਇਰੈਕਟ ਹੁੰਦੇ ਆ ਟੈਕਸੀ ਤੋਂ ਕੀ ਹੁੰਦੇ ਆ, ਉਹ ਰਿਗਰੈਸਿਵ ਹੁੰਦੇ ਆ। ਰਿਗਰੈਸਿਵ ਮਤਲਬ ਵੀ ਉਹ ਸਾਰਿਆਂ ਲਈ ਇੱਕੋ ਜਿਹੇ, ਜਾਂ ਕਹਿ ਲਓ ਵੀ ਪੂਅਰਲੀ ਉਹਨਾਂ ਨੂੰ ਪੇ ਕਰਨਾ ਔਖਾ ਹੋ ਜਾਂਦਾ ਵਾ, ਰਿਚ ਲਈ ਇੰਨਾ ਜ਼ਿਆਦਾ ਮਤਲਬ ਔਖਾ ਨਹੀਂ ਹੁੰਦਾ। ਜਿੱਦਾਂ ਆਪਾਂ ਕੋਈ ਵੀ ਮੰਨ ਲਓ ਵੀ ਹੁਣ ਤੁਸੀਂ ਜਿੱਦਾਂ ਆਪਾਂ ਕੋਈ ਵੀ ਚੀਜ਼ ਖਰੀਦਦੇ ਹਾਂ, ਉਹ ਸਾਰਿਆਂ ਲਈ ਇੱਕੋ ਰੇਟ 'ਤੇ ਉਹਨਾਂ ਹੀ ਉਹਦੇ ਉੱਪਰ ਆਪਾਂ ਨੂੰ ਪੇ ਕਰਨਾ ਪੈਂਦਾ ਸਾਰਿਆਂ ਨੂੰ ਟੈਕਸ, ਚਾਹੇ ਕੋਈ ਗਰੀਬ ਹੋਵੇ ਚਾਹੇ ਕੋਈ ਅਮੀਰ ਹੋਵੇ। ਜਿਹੜੇ ਪ੍ਰੋਗਰੈਸਿਵ ਹੁੰਦੇ ਆ ਉਹ ਤੁਹਾਡੀ ਇਨਕਮ ਦੇ ਹਿਸਾਬ ਨਾਲ, ਜਿੱਦਾਂ ਤੁਹਾਡੇ ਲਈ ਇਨਕਮ ਟੈਕਸ ਹੋ ਗਿਆ ਜਾਂ ਇੱਦਾਂ ਦੇ ਹੁੰਦੇ ਟੈਕਸ, ਉਹ ਸਾਰੇ ਅਲੱਗ ਨਿਕਲ ਜਾਂਦੇ, ਠੀਕ ਆ। ਵਿਚ ਆਫ ਦਾ ਫੋਲੋਵਿੰਗ ਟੈਕਸਿਸ ਇਜ਼ ਨੋਟ ਕਲੈਕਟਡ ਬਾਈ ਦਾ ਸੈਂਟਰਲ ਗੌਰਮੈਂਟ, ਠੀਕ ਹੈ। ਸੈਂਟਰਲ ਗੌਰਮੈਂਟ ਵੀ ਇਹਨਾਂ ਵਿੱਚੋਂ ਪ੍ਰੋਫੈਸ਼ਨਲ ਜਿਹੜਾ ਹੁੰਦਾ ਵਾ ਟੈਕਸ, ਮੈਂ ਤੁਹਾਨੂੰ ਉੱਪਰ ਵੀ ਦੱਸਿਆ ਸੀਗਾ, ਜਿਹੜਾ ਤੁਹਾਡੇ ਪ੍ਰੋਫੈਸ਼ਨ 'ਤੇ ਅਪਲਾਈ ਹੁੰਦਾ ਉਹ ਨਹੀਂ ਲੈਂਦੀ ਵੀ, ਠੀਕ ਆ। ਬਾਕੀ ਸਾਰੇ ਸੈਂਟਰ ਤੇ ਮਤਲਬ ਸਟੇਟ ਨਾਲ ਦੀ ਨਾਲ ਕਲੈਕਟ ਕਰ ਲੈਂਦੇ, ਠੀਕ ਹੈ। ਇਫ ਦੀ ਟੈਕਸ ਰੇਟ ਇਨਕਰੀਜ਼ਿਜ਼ ਵਿਦ ਹਾਇਰ ਲੈਵਲ ਆਫ ਇਨਕਮ ਇਟ ਸ਼ੈਲ ਬੀ ਕਾਲਡ, ਠੀਕ ਆ। ਫਿਰ ਆਪਾਂ ਇਹਨੂੰ ਵੀ ਕੀ ਕਵਾਂਗੇ, ਪ੍ਰੋਗਰੈਸਿਵ ਟੈਕਸ, ਵੀ ਜਿਨ੍ਹਾਂ ਦੀ ਹਾਇਰ ਇਨਕਮ ਆ ਉਹਨਾਂ ਲਈ ਜ਼ਿਆਦਾ ਆਪਾਂ ਰੱਖ ਦਈਏ, ਉਹਨਾਂ ਲਈ ਰੇਟ ਵੀ ਇਨਕਰੀਜ਼ ਕਰ ਦਈਏ, ਅਤੇ ਫਿਰ ਇਹਨੂੰ ਆਪਾਂ ਕਹਿੰਦੇ ਪ੍ਰੋਗਰੈਸਿਵ, ਮਤਲਬ ਆਪਾਂ ਇਨਕਮ ਦੇ ਹਿਸਾਬ ਨਾਲ ਰੱਖਦਾ ਟੈਕਸ, ਠੀਕ ਆ। ਵਿਚ ਆਫ ਦਾ ਫੋਲੋਵਿੰਗ ਟੈਕਸਿਸ ਇਜ਼ ਸੱਚ ਵਿਚ ਡਜ਼ ਨੋਟ ਕੋਜ਼ ਰਾਈਜ਼ ਇਨ ਪ੍ਰਾਈਸ, ਕਿਹੜੇ ਟੈਕਸ ਨਾਲ ਕਿਸੇ ਚੀਜ਼ ਦੇ ਪ੍ਰਾਈਸ ਦੇ ਉੱਪਰ ਕੋਈ ਇਫੈਕਟ ਨਹੀਂ ਪੈਂਦਾ ਵੀ ਆਪਣੇ ਦੂਜੇ ਇਨਕਮ ਟੈਕਸ ਨਾਲ, ਕਿਉਂਕਿ ਉਹ ਤਾਂ ਥੋੜੀ ਇਨਕਮ 'ਤੇ ਲੱਗਣਾ, ਠੀਕ ਹੈ। ਅਗਲਾ ਦੇਖਦੇ ਹਾਂ ਵੀ ਕੋਰਪੋਰੇਸ਼ਨ ਟੈਕਸ ਇਜ਼ ਇੰਪੋਜ਼ਡ ਔਨ, ਕੋਰਪੋਰੇਸ਼ਨ ਦਾ ਜਿਹੜਾ ਹੁੰਦਾ ਟੈਕਸ ਉਹ ਕਿਸ ਚੀਜ਼ 'ਤੇ ਲੱਗਦਾ,
ਅਪਲਾਈਡ ਔਨ ਦੀ ਇਨਕਮ ਆਫ ਦੀ ਕੰਪਨੀ ਦੀ ਓਵਰਆਲ ਜਿਹੜੀ ਇਨਕਮ ਹੋਈ ਆ ਉੱਤੇ ਅਪਲਾਈ ਕੀਤਾ ਜਾਂਦਾ ਵੀ ਕਾਰਪੋਰੇਟ ਟੈਕਸ। ਠੀਕ ਆ। ਕੋਟਾ ਇਜ਼, ਠੀਕ ਆ, ਇਹਦਾ ਕੀ ਮਤਲਬ ਹੁੰਦਾ ਵੀ ਆਪਾਂ ਇਹ ਦੇਖਣਾ ਕੋਟਾ ਦਾ ਕੀ ਮਤਲਬ ਆ। ਇਹਦਾ ਮਤਲਬ ਹੁੰਦਾ ਵੀ ਲਿਮਟ ਔਨ ਏ ਕੁਆਂਟੀਟੀ ਆਫ ਇੰਪੋਰਟਸ, ਜਿਹੜੇ ਇੰਪੋਰਟਸ ਹੋ ਰਹੇ ਆ, ਜਿਹੜੀਆਂ ਚੀਜ਼ਾਂ ਕਿਤੋਂ ਬਾਹਰੋਂ ਆ ਰਹੀਆਂ ਵਾ, ਠੀਕ ਆ, ਉਹਨਾਂ ਤੇ ਆਪਾਂ ਇੱਕ ਲਿਮਟ ਲਗਾਉਂਦੇ, ਉਹਨੂੰ ਆਪਾਂ ਕਹਿੰਦੇ ਆ ਕੋਟਾ। which is the biggest ਟੈਕਸ ਪੇਇੰਗ ਸੈਕਟਰ ਇਨ ਇੰਡੀਆ। ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਕੌਣ ਪੇ ਕਰਦਾ ਵੀ ਟੈਕਸ? ਇੰਡਸਟਰੀਅਲ ਸੈਕਟਰ। ਠੀਕ ਆ, ਇੰਡਸਟਰੀਅਲ ਸੈਕਟਰ ਆ ਜਿਹੜਾ। ਇਨ ਦਾ ਲਾਸਟ 1 ਡਿਕੇਡ, ਪਿਛਲੇ 10 ਸਾਲਾਂ ਦੇ ਵਿੱਚ, ਵਿਚ ਵਨ ਅਮੰਗ ਦੀ ਫੋਲੋਇੰਗ ਸੈਕਟਰ ਹੈਜ਼ ਅਟਰੈਕਟਡ ਦੀ ਹਾਈਐਸਟ ਫੋਰਨ ਡਾਇਰੈਕਟ ਇਨਵੈਸਟਮੈਂਟ ਇਨਫਲੋਸ। ਹਾਈਐਸਟ ਫੋਰਨ ਡਾਇਰੈਕਟ ਇਨਵੈਸਟਮੈਂਟ ਕਿਹੜੀ ਚੀਜ਼ ਵਿੱਚ ਹੋਈ ਆ ਵੀ? ਡੀ ਆਪਸ਼ਨ ਇਹਦਾ ਰਾਈਟ ਆ। ਟੈਲੀ ਕਮਿਊਨੀਕੇਸ਼ਨ ਜਿਹੜਾ ਸੈਕਟਰ ਆ ਵੀ ਉਹਦੇ ਵਿੱਚ ਸਭ ਤੋਂ ਜ਼ਿਆਦਾ ਹੋਈ ਹੈ। ਠੀਕ ਆ। ਡੈਪਰੀਸ਼ੀਏਸ਼ਨ ਦਾ ਮਤਲਬ ਕੀ ਆ? ਡੈਪਰੀਸ਼ੀਏਸ਼ਨ ਦਾ ਮਤਲਬ ਹੁੰਦਾ ਵੀ ਲੋਸ ਆਫ ਇਕਵਿਪਮੈਂਟ ਓਵਰ ਟਾਈਮ ਡਿਊ ਟੂ ਵੀਅਰ ਐਂਡ ਟੀਅਰ। ਮਤਲਬ ਤੁਹਾਡੇ ਸਮਾਨ ਦੀ ਹੌਲੀ ਹੌਲੀ ਵੈਲਿਊ ਥੋੜ੍ਹੀ ਹੋ ਜਾਂਦੀ ਕਿਉਂਕਿ ਉਹ ਵਿੱਚੋਂ ਥੋੜ੍ਹਾ ਬਹੁਤਾ ਖਰਾਬ ਹੋ ਜਾਂਦਾ ਯੂਜ਼ ਕਰਦੇ ਹੋਏ, ਉਹ ਇਹਦਾ ਮਤਲਬ ਇਹ ਹੁੰਦਾ। ਠੀਕ ਆ। ਹੁਣ ਆ ਗਿਆ ਵੀ ਥੋੜ੍ਹਾ ਬਹੁਤਾ ਆਪਾਂ GST ਬਾਰੇ ਵੇਖਦੇ ਹਾਂ। ਕਹਿੰਦਾ IGST ਇਜ਼ ਪੇਏਬਲ ਵੈਨ ਦੀ ਸਪਲਾਈ ਇਜ਼। ਠੀਕ ਆ। ਤੇ IGST ਵੀ ਆਪਾਂ ਇੱਕ ਪੇ ਕਰਦੇ ਹਾਂ ਵੀ ਜਿਹਦੇ ਵਿੱਚ ਆਪਣੇ ਕੋਲ ਇੰਟੀਗ੍ਰੇਟਡ GST ਵਗੈਰਾ ਆ ਜਾਂਦਾ। ਠੀਕ ਆ। ਤੇ ਇਹ ਵੀ ਉਦੋਂ ਪੇ ਹੁੰਦਾ ਵਾ ਜਦੋਂ ਤੁਹਾਡੇ ਕੋਲ ਵੀ ਇੰਟਰ ਸਟੇਟ ਸਪਲਾਈ ਆ, ਮਤਲਬ ਇੱਕ ਸਟੇਟ ਤੋਂ ਦੂਜੀ ਸਟੇਟ ਆ ਉਦੋਂ। ਜੇ ਤੁਸੀਂ ਇੱਕੋ ਸਟੇਟ ਦੇ ਅੰਦਰ ਹੀ ਕੁਛ ਵੀ ਮਤਲਬ ਸਪਲਾਈ ਕਰ ਰਹੇ ਆ ਫਿਰ ਤੁਹਾਡੇ GST ਦੇ 2 ਹਿੱਸੇ ਬਣਨੇ, ਇੱਕ ਬਣਨਾ CGST, ਇੱਕ ਬਣਨਾ SGST। ਮੈਕਸੀਮਮ ਰੇਟ ਆਫ CGST ਕੀ ਰੱਖਿਆ ਗਿਆ ਵਾ ਵੀ? ਇਹਦਾ ਵੀ ਆਪਣੇ ਕੋਲ ਮੈਕਸੀਮਮ ਰੇਟ ਰੱਖਿਆ ਗਿਆ 20% ਤੋਂ ਉੱਪਰ ਨਹੀਂ ਰੱਖ ਸਕਦੇ। ਠੀਕ ਆ। 20 ਤੱਕ ਇਹਦਾ ਰੇਟ ਰੱਖਿਆ ਗਿਆ ਮੈਕਸੀਮਮ। ਵਿਚ ਆਫ ਦਾ ਫੋਲੋਇੰਗ ਟੈਕਸ ਹੈਜ਼ ਬੀਨ ਸਬਸਮਡ ਇਨ GST। ਕਿਹੜਾ ਇਹਨਾਂ ਦੇ ਵਿੱਚੋਂ ਵੀ GST ਦੇ ਵਿੱਚ ਇਨਕਲੂਡ ਹੋ ਗਿਆ ਵਾ? ਆਲ ਆਫ ਦੀ ਅਬਵ। ਠੀਕ ਆ। GST ਇਜ਼ ਲੀਵਡ ਔਨ ਸਪਲਾਈ ਆਫ ਆਲ ਗੁੱਡਸ ਐਂਡ ਸਰਵਿਸਿਜ਼ ਐਕਸੈਪਟ। GST ਵੀ ਇਹਨਾਂ ਦੇ ਵਿੱਚੋਂ ਕਿਹਦੇ ਉੱਪਰ ਨਹੀਂ ਅਪਲਾਈ ਹੁੰਦਾ? ਅਲਕੋਹਲਿਕ ਲਿਕਵਰ ਫॉर ਹਿਊਮਨ ਕੰਜ਼ੰਪਸ਼ਨ, ਇਹਦੇ ਉੱਪਰ ਨਹੀਂ ਅਪਲਾਈ ਹੁੰਦਾ। ਠੀਕ ਆ। ਦ ਫੰਕਸ਼ਨ ਆਫ ਗੁੱਡਸ ਐਂਡ ਸਰਵਿਸ ਨੈਟਵਰਕ, ਜਿਹੜਾ ਵੀ ਇਹ GSTN ਨਾ, ਇਹਦੇ ਵਿੱਚ ਕਿਹੜੇ ਕਿਹੜੇ ਫੰਕਸ਼ਨ ਇਨਕਲੂਡ ਕੀਤੇ ਗਏ ਆ? ਇਹਦੇ ਵਿੱਚ ਵੀ ਆਹ ਵਾਲੇ ਸਾਰੇ ਹੀ ਫੰਕਸ਼ਨ ਇਨਕਲੂਡ ਕੀਤੇ ਗਏ ਆ। ਠੀਕ ਆ ਨਾ। ਵੀ ਆਪਣੇ ਕੋਲ ਰਜਿਸਟ੍ਰੇਸ਼ਨ ਵਗੈਰਾ ਹੋਣੀ, ਬਾਅਦ ਚੋਂ ਰਿਟਰਨਸ ਨੂੰ ਸੈਂਟਰ ਤੇ ਸਟੇਟ ਅਥਾਰਟੀਜ਼ ਨੂੰ ਫੋਰਵਰਡ ਕਰਨਾ। ਠੀਕ ਆ। ਤੇ ਬਾਅਦ ਵਿੱਚ ਵੀ ਫਿਰ ਇਹਨਾਂ ਸਾਰਿਆਂ ਦੀ ਕੰਪਿਊਟੇਸ਼ਨ ਕਰਨੀ, ਇਹ ਸਾਰਾ ਕੁਛ ਹੀ ਇਨਵੋਲਵ ਕੀਤਾ ਗਿਆ। ਸੋ D ਇਜ਼ ਦਾ ਰਾਈਟ ਆਨਸਰ। ਠੀਕ ਆ। ਅਗਲਾ ਦੇਖਦੇ ਹਾਂ ਵੀ 37ਵਾਂ, ਵਾਟ ਆਰ ਦੀ ਟੈਕਸਿਸ ਲੀਵਡ ਔਨ ਐਂਡ ਇੰਟਰਾ ਸਟੇਟ ਸਪਲਾਈ। ਮੈਂ ਤੁਹਾਨੂੰ ਹੁਣੇ ਦੱਸਿਆ ਸੀਗਾ ਵਿਦਨ ਦਾ ਸਟੇਟ ਨੂੰ ਆਪਾਂ ਇੰਟਰਾ ਸਟੇਟ ਸਪਲਾਈ ਬੋਲਦੇ ਹਾਂ, ਸਟੇਟ ਦੇ ਅੰਦਰ। ਉੱਥੇ CGST ਤੇ SGST ਅਪਲਾਈ ਹੁੰਦੇ ਆ। ਠੀਕ ਆ। 38ਵਾਂ ਆ ਗਿਆ ਵੀ, ਕਹਿੰਦਾ ਕਿ ਦੀ IGST ਐਕਟ 2017 ਐਕਸਟੈਂਡਡ ਟੂ ਦਾ IGST ਜਿਹੜਾ ਐਕਟ ਆ ਵੀ ਉਹ ਸਾਰੇ ਇੰਡੀਆ ਤੇ ਅਪਲਾਈ ਹੋ ਗਿਆ। ਜੰਮੂ ਕਸ਼ਮੀਰ 'ਚ ਵੀ ਅਪਲਾਈ ਹੋ ਗਿਆ, ਪੌਂਡੀਚੇਰੀ, ਸਾਰੇ ਕਿਤੇ ਹੋਲ ਇੰਡੀਆ ਦੇ ਵਿੱਚ ਅਪਲਾਈ ਹੋ ਗਿਆ। ਠੀਕ ਹੈ। 39ਵਾਂ, ਵਿਚ ਆਫ ਦੀ ਫੋਲੋਇੰਗ ਸ਼ੈਲ ਨੋਟ ਇਨਕਲੂਡਡ ਇਨ ਦੀ ਵੈਲਿਊ ਆਫ ਸਪਲਾਈ। ਕਿਹੜੀ ਚੀਜ਼ ਨੂੰ ਵੈਲਿਊ ਆਫ ਸਪਲਾਈ ਦੇ ਵਿੱਚ ਨਹੀਂ ਇਨਕਲੂਡ ਕੀਤਾ ਜਾਂਦਾ? ਉਹ ਹੈਗਾ ਵੀ GST ਨੂੰ ਵੈਲਿਊ ਆਫ ਸਪਲਾਈ ਦੇ ਵਿੱਚ ਨਹੀਂ ਇਨਕਲੂਡ ਕੀਤਾ ਜਾਂਦਾ। ਠੀਕ ਹੈ, ਯਾਦ ਰੱਖਿਓ। ਅਗਲਾ ਹੈਗਾ ਵੀ ਇਨ ਕੇਸ ਆਫ ਦੀ ਸਪਲਾਈ ਆਫ ਦੀ ਐਕਸਪੈਕਟਡ ਗੁੱਡਸ ਐਂਡ ਸਰਵਿਸਿਜ਼ ਔਰ ਬੋਥ। ਜਿਨ੍ਹਾਂ ਦੇ ਉੱਪਰ GST ਨਹੀਂ ਅਪਲਾਈ ਹੁੰਦਾ ਉਹਨਾਂ ਚੀਜ਼ਾਂ ਦੀ ਜਦੋਂ ਤੁਸੀਂ ਸਪਲਾਈ ਹੋਵੋਗੇ ਕਰੋਗੇ, ਤੇ ਜਿਹੜੇ ਬੰਦਾ GST ਵਿੱਚ ਰਜਿਸਟਰਡ ਆ ਉਹਨੇ ਤੁਹਾਨੂੰ ਕੀ ਚੀਜ਼ ਬਣਾ ਕੇ ਦਊਗਾ? ਉਹ ਤੁਹਾਨੂੰ ਬਣਾ ਕੇ ਦਊਗਾ ਕਿ ਬਿੱਲ ਆਫ ਦਾ ਸਪਲਾਈ ਬਣਾ ਕੇ ਦਊਗਾ, ਇਨਵੋਇਸ ਨਹੀਂ ਬਣਾ ਕੇ ਦਊਗਾ, ਉਹ ਤੁਹਾਨੂੰ ਬਿੱਲ ਆਫ ਦੀ ਸਪਲਾਈ ਬਣਾ ਕੇ ਦਊਗਾ। ਠੀਕ ਹੈ। 41ਵਾਂ, ਜਿਹੜਾ ਵੀ HSN ਹੁੰਦਾ, ਤੁਸੀਂ ਵੇਖਿਆ ਹੋਣਾ GST ਦੇ ਨਾਲ ਰਿਲੇਟਡ ਟਰਮ ਆ। HSN ਵਿੱਚ N ਦਾ ਮਤਲਬ ਕੀ ਹੁੰਦਾ ਵੀ? ਨੋਮੈਨਕਲੇਚਰ। ਠੀਕ ਹੈ। ਅਲੱਗ-ਅਲੱਗ ਆਈਟਮਸ ਨੂੰ ਅਲੱਗ-ਅਲੱਗ HSN ਦਿੱਤਾ ਜਾਂਦਾ। ਸੋ ਇਹਦਾ ਕੀ ਮਤਲਬ ਹੋਊਗਾ? ਨੋਮੈਨਕਲੇਚਰ ਇਹਦਾ ਮਤਲਬ ਹੋਊਗਾ। ਠੀਕ ਹੈ। ਸੋ ਇਹ ਸੀਗੇ ਵੀ ਤੁਹਾਡੇ ਲਈ 40 MCQ। ਠੀਕ ਆ, ਜਿਹੜੇ ਕਿ ਸ਼ਾਇਦ ਤੁਹਾਨੂੰ ਇਹਦੇ ਨਾਲ ਕਾਫੀ ਜ਼ਿਆਦਾ ਪੇਪਰ ਦੇ ਵਿੱਚ ਹੈਲਪ ਹੋ ਜੂਗੀ। ਸੋ ਇਸ ਵੀਡੀਓ ਨੂੰ ਆਪਣੇ ਸਾਰੇ ਫਰੈਂਡਸ ਨਾਲ ਜ਼ਰੂਰ ਸ਼ੇਅਰ ਕਰੋ, ਅਤੇ ਇਹਦੀ ਤੁਹਾਨੂੰ PDF ਵੀ ਸ਼ੇਅਰ ਕੀਤੀ ਜਾਊਗੀ। ਉਹਦੇ ਲਈ ਤੁਸੀਂ ਸਾਡਾ ਚੈਨਲ ਜੁਆਇਨ ਕਰ ਲਿਓ ਇਹ ਟੈਲੀਗ੍ਰਾਮ 'ਤੇ, ਉੱਥੇ ਤੁਹਾਨੂੰ ਇਹਦੀ PDF ਦਿੱਤੀ ਜਾਊਗੀ। ਉਹ ਤੁਸੀਂ ਸਾਰਿਆਂ ਨੇ ਜ਼ਰੂਰ ਵੀ ਜੁਆਇਨ ਕਰ ਲੈਣਾ, ਨੀਚੇ ਡਿਸਕ੍ਰਿਪਸ਼ਨ ਤੋਂ ਉੱਥੇ ਤੁਹਾਨੂੰ ਇਹਦੀ PDF ਮਿਲ ਜੂਗੀ।